ਵਾਹਿਗੁਰੂ। ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਧੰਨ ਸੇਈ ਨਾਨਕ ਪੂਰਨ ਸੋਈ ਸੰਤ। ਮਨ ਸਾਚਾ ਮੁਖ ਸਾਚਾ ਸੋਇ ਅਵਰ ਨਾ ਬਿਖੈ ਇਕਸ ਬਿਨ ਕੋਈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਹਰ ਜੇਠ ਜੁੜੰਦਾ
ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਦੇ ਨਾਰਾਇਣ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀਵ ਕਰੰਨ। ਜੋ ਪ੍ਰਭ ਕੀਤੇ ਆਪਣੇ, ਸੇ ਕਰੀਐ ਧੰਨ। ਆਪਣ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰ ਜੇਠ ਜੁੜੰਦਾ ਲੋੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੇ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰਸਿੱਖ ਸੰਗਤਾਂ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ, ਜਿੱਥੇ ਪਾਵਨ ਪਵਿੱਤਰ ਸੰਗਰਾਮ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਕੱਤਰਿਤ ਹੋਏ ਹਾਂ, ਉੱਥੇ ਹੀ ਸਿੱਖ ਕੌਮ ਦੀ ਮਹਾਨ ਹਸਤੀ, ਜਿਨ੍ਹਾਂ ਦੀ ਸਿਫਤ ਦੇ ਵਿੱਚ ਜਿੰਨੇ ਵੀ ਬਚਨ ਕਹੇ ਜਾਣ ਉਹ ਥੋੜ੍ਹੇ ਪੈਂਦੇ ਨੇ। ਮਹਾਨ ਤਪਸਵੀ, ਮਹਾਨ ਜਪ ਤਪ ਵੈਰਾਗ ਦੀ ਮੂਰਤ, ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਂਪੁਰਖਾਂ ਦੀ ਜੋ ਚੱਲ ਰਹੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ, ਜੋ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਠਾਂ ਦੀ ਲੜੀ ਚੱਲ ਰਹੀ ਹੈ, ਜਿਸ ਦੇ ਅੰਦਰ ਅੱਜ ਵੀ ਕੁਝ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗ੍ਰੰਥੀ ਸਿੰਘਾਂ ਦੀ ਪਾਵਨ ਰਸਨਾ ਤੋਂ ਆਪਾਂ ਸ਼ਰਵਣ ਕੀਤੇ ਹਨ। ਕਿਉਂਕਿ ਸੰਸਾਰ ਦੇ ਅੰਦਰ ਆਉਣਾ ਔਰ ਜਾਣਾ ਇਹ ਇੱਕ ਆਪਦੇ ਵਿੱਚ ਬਹੁਤ ਵੱਡਾ ਮਹਾਤਮ ਹੈ। ਜਿਵੇਂ ਵਿਦਵਾਨਾਂ ਨੇ ਔਰ ਗੁਰਬਾਣੀ ਨੇ ਇੱਕ ਗੱਲ ਮੰਨੀ ਹੈ ਕਿ ਜਿਹੜਾ ਇਹ ਮਨੁੱਖਾ ਸਰੀਰ ਹੈ, ਇਹੀ ਪਹਿਲਾਂ ਮਿਲਣਾ ਬਹੁਤ ਦੁਰਲੱਭ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਕਿ ਪਹਿਲੀ ਤਾਂ ਇਹੀ ਵੱਡੀ ਗੱਲ ਹੈ ਕਿ ਮਨੁੱਖ ਨੂੰ ਇਸ 84 ਲੱਖ ਜੂਨ ਨੂੰ ਭੋਗ ਕੇ ਮਨੁੱਖਾ ਸਰੀਰ ਮਿਲ ਜਾਣਾ। ਫਿਰ ਉਸ ਤੋਂ ਵੱਡੀ ਗੱਲ ਭਗਤ ਤੁਲਸੀਦਾਸ ਜੀ ਨੇ ਇਹ ਆਖੀ ਹੈ ਕਿ ਮਨੁੱਖਾ ਸਰੀਰ ਤਾਂ 84 ਲੱਖ ਜੂਨ ਤੋਂ ਬਾਅਦ ਪ੍ਰਾਪਤ ਹੋਣਾ ਹੀ ਹੁੰਦਾ ਹੈ, ਪਰ ਇਸ ਤੋਂ ਜਿਹੜੀ ਮਹਾਨ ਵੱਡੀ ਗੱਲ ਹੈ, ਜਿਹੜੀ ਸਾਡੇ ਜੀਵਨ ਦੇ ਵਿੱਚ ਹੁੰਦੀ ਹੈ, ਇਹ ਹੁੰਦੀ ਹੈ ਕਿ ਸੰਤ ਸਮਾਗਮ ਹਰ ਕਥਾ, ਕਿ ਸਾਡੇ ਜੀਵਨ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਕਥਾ ਵਿਚਾਰ ਹੈ ਉਹ ਸ਼ਰਵਣ ਕਰਨ ਨੂੰ ਮਿਲ ਜਾਣੀ, ਤੇ ਜਾਂ ਫਿਰ ਕਿਸੇ ਸਾਧੂ ਮਹਾਤਮਾ ਦਾ ਸੰਗ ਹੋ ਜਾਣਾ।
ਕਿਉਂਕਿ ਆਦਿ ਕਾਲ ਤੋਂ ਲੈ ਕੇ ਕੋਈ ਵੀ ਇਕੱਲਾ ਮਨੁੱਖ ਕਦੇ ਵੀ ਤਰ ਨਹੀਂ ਸਕਿਆ। ਇੱਕ ਚੀਜ਼ ਨੂੰ ਤਰਨ ਦੇ ਲਈ ਦੂਸਰੀ ਚੀਜ਼ ਦੀ ਸਹਾਰੇ ਦੀ ਲੋੜ ਜ਼ਰੂਰ ਪੈਂਦੀ ਹੈ। ਜੇ ਪਾਣੀ ਦੇ ਉੱਪਰ ਲੋਹੇ ਨੂੰ ਤਾਰਨਾ ਹੋਵੇ ਤੇ ਲੱਕੜ ਦੀ ਜ਼ਰੂਰਤ ਪੈਂਦੀ ਹੈ। ਜੇ ਆਕਾਸ਼ ਦੇ ਵਿੱਚ ਹਵਾਈ ਜਹਾਜ਼ ਵੀ ਉਡਾਉਣਾ ਹੋਵੇ ਤੇ ਤੇਲ ਦੀ ਲੋੜ ਪੈਂਦੀ ਹੈ। ਇਸੇ ਪ੍ਰਕਾਰ ਹੀ ਇਹ ਜਿਹੜਾ ਮਨੁੱਖਾ ਜੀਵਨ ਹੈ, ਜਿਸ ਨੂੰ ਦੁਰਲੱਭ ਵਸਤੂ ਕਰਕੇ ਆਖਿਆ ਗਿਆ ਹੈ, ਇਸ ਨੂੰ ਤਰਨ ਦੇ ਲਈ ਵੀ ਕਿਸੇ ਨਾ ਕਿਸੇ ਚੀਜ਼ ਦੀ, ਕਿਸੇ ਮਨੁੱਖ ਦੀ, ਕਿਸੇ ਸਾਧੂ ਮਹਾਤਮਾ ਦੀ ਜਿਹੜੀ ਲੋੜ ਹੈ, ਉਹ ਹਰ ਇੱਕ ਮਨੁੱਖ ਨੂੰ ਜ਼ਰੂਰ ਹੁੰਦੀ ਹੈ। ਕਿਉਂਕਿ ਜੀਵਨ ਦੇ ਅੰਦਰ ਕਿਸੇ ਸਾਧੂ ਮਹਾਤਮਾ ਦਾ ਹੋਣਾ ਇਸ ਲਈ ਲਾਜ਼ਮੀ ਹੈ, ਕਿਉਂਕਿ ਸਾਡਾ ਇੱਕ ਜਿਹੜਾ ਜੀਵਨ ਹੈ ਉਹ ਕੋਰੇ ਕਾਗਜ਼ ਵਰਗਾ ਹੁੰਦਾ ਹੈ। ਜਿਵੇਂ ਸਾਫ਼ ਕਾਗਜ਼ ਹੋਵੇ, ਉਸ ਉੱਪਰ ਜਿਸ ਪ੍ਰਕਾਰ ਦੀਆਂ ਅਸੀਂ ਲੀਕਾਂ ਮਾਰ ਦਿੰਦੇ ਹਾਂ, ਉਸ ਉੱਪਰ ਆਪਣੀ ਮਰਜ਼ੀ ਹੈ ਕਿ ਆਪਾਂ ਚੰਗੀ ਸਿਆਹੀ ਦੇ ਨਾਲ ਕੁਝ ਅੱਖਰ ਲਿਖ ਸਕਦੇ ਹਾਂ ਜਾਂ ਉਸ ਵਰਕੇ ਨੂੰ ਅਸੀਂ ਖਰਾਬ ਕਰ ਸਕਦੇ ਹਾਂ। ਪਰ ਜਦੋਂ ਸਾਡੇ ਜੀਵਨ ਦੇ ਅੰਦਰ ਸਾਧੂਆਂ ਦਾ ਸੰਗ, ਚੰਗੇ ਪੜ੍ਹੇ ਮਨੁੱਖਾਂ ਦੀ ਸੰਗਤ ਹੋਵੇਗੀ ਤੇ ਅਸੀਂ ਆਪਣੇ ਜਿਹੜਾ ਜੀਵਨ ਰੂਪੀ ਵਰਕਾ ਹੈ ਉਸ ਨੂੰ ਸਵਾਰ ਸਕਦੇ ਹਾਂ। ਤੇ ਆਪਣੇ ਜੀਵਨ ਰੂਪੀ ਵਰਕੇ ਨੂੰ ਸਵਾਰਨ ਦੇ ਲਈ ਹੀ ਆਪਾਂ ਗੁਰੂ ਕੀ ਹਜ਼ੂਰੀ ਦੇ ਅੰਦਰ ਇਕੱਤਰਿਤ ਹੋ ਕਰਕੇ ਬੈਠੇ ਹਾਂ। ਸਤਿਗੁਰੂ ਜੀ ਸਾਡੇ ਉੱਪਰ ਬਖਸ਼ਿਸ਼ ਕਰਨ, ਆਉਣ ਵਾਲੇ ਅੱਧੇ ਘੰਟੇ ਦੇ ਵਿੱਚ ਆਪਾਂ ਗੁਰੂ ਕੀ ਬਾਣੀ, ਗੁਰੂ ਕੇ ਪਾਵਨ ਇਤਿਹਾਸ ਦੇ ਵਿੱਚ ਔਰ ਸਾਧੂ ਮਹਾਤਮਾ ਦੇ ਜੀਵਨ ਵਿੱਚ ਝਾਤ ਮਾਰ ਸਕੀਏ। ਸਤਿਗੁਰੂ ਜੀ ਆਪ ਹੀ ਬਖਸ਼ਿਸ਼ ਕਰਨ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਸਾਧੂ ਮਹਾਤਮਾ ਦੇ ਜੀਵਨ ਤੋਂ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ, ਕਿਉਂਕਿ ਸਾਧੂ ਮਹਾਤਮਾ ਪਹਿਲਾਂ ਆਪ ਤਰਦੇ ਨੇ, ਫਿਰ ਆਪਾਂ ਨੂੰ ਤਾਰਨ ਦੀ ਜਿਹੜੀ ਜੁਗਤ ਹੈ, ਜਿਹੜੀਆਂ ਤਰੀਕੇ ਹਨ, ਉਹ ਸਾਡੇ ਜੀਵਨ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਕਿਉਂਕਿ ਜਿਹੜੇ ਰਸਤੇ ਦੀ ਬਾਬਤ ਕਿਸੇ ਨੂੰ ਦੱਸਣਾ ਹੋਵੇ, ਉਸ ਉੱਪਰ ਪਹਿਲਾਂ ਆਪ ਨੂੰ ਚੱਲਣਾ ਪੈਂਦਾ ਹੈ। ਉਸੇ ਪ੍ਰਕਾਰ ਹੀ ਜਿਹੜੇ ਸਾਧੂ ਮਹਾਤਮਾ ਨੇ ਉਹ ਕਰਦੇ ਨੇ। ਜਿਵੇਂ ਸੰਸਕ੍ਰਿਤ ਦੇ ਵਿਦਵਾਨ ਮਹਾਂਪੁਰਖ ਆਖਦੇ ਨੇ ਕਿ ਸਾਧੂ ਅਸਲ ਦੇ ਵਿੱਚ ਕੌਣ ਹੈ। ਉਸ ਬਾਬਤ ਬਚ ਕਰਦੇ ਸਵੈ ਕਾਰਜ ਸਿੱਧਤੀ ਪਰਾਏ ਕਾਰਜ ਧਾਇਤੀ ਸਾ ਸਾਧਾ, ਕਿ ਜਿੰਦਾ ਆਪਦਾ ਜਿਹੜਾ ਜੀਵਨ ਰੂਪੀ ਕਾਰਜ ਹੈ ਉਸ ਨੂੰ ਸਵਾਰ ਲਿਆ ਹੋਵੇ ਤੇ ਪਰਾਏ ਕਾਰਜ ਧਾਇਤੀ, ਹੋਰਨਾਂ ਦਾ ਜੀਵਨ ਸਵਾਰਨ ਦੇ ਲਈ ਦੌੜਦਾ ਹੋਵੇ, ਯਤਨ ਕਰਦਾ ਹੋਵੇ। ਸਾ ਸਾਧਾ, ਉਸ ਨੂੰ ਸਾਧੂ ਆਖਿਆ ਜਾਂਦਾ ਹੈ। ਤੇ ਸਾਧੂ ਜਿਹੜੇ ਨੇ ਉਹਨਾਂ ਦੇ ਵਿਦਵਾਨ ਮਹਾਂਪੁਰਖ ਅਰਥ ਕਰਦੇ ਨੇ ਕਿ ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਵੇ। ਜਿਵੇਂ ਆਪਾਂ ਜਦੋਂ ਪੁਰਾਣੇ ਬਜ਼ੁਰਗਾਂ ਤੋਂ, ਮਾਤਾਵਾਂ ਤੋਂ, ਸੰਤ ਬਾਬਾ ਵਰਿਆਮ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦੀ ਬਾਬਤ ਵੀ ਸੁਣਦੇ ਹਾਂ ਤੇ ਸਾਨੂੰ ਬਹੁਤ ਕੁਝ ਸਿੱਖਣ ਤੋਂ, ਜੀਵਨ ਵਿੱਚ ਜਿਉਣ ਦੇ ਲਈ ਮਿਲਦਾ ਹੈ। ਗੁਰਮਤਿ ਦੇ ਵਿੱਚ ਇੱਕ ਸੱਚੇ ਸੁੱਚੇ ਸਾਧੂ ਦੀਆਂ ਤਿੰਨ ਨਿਸ਼ਾਨੀਆਂ ਇਹ ਵੀ ਆਖੀਆਂ ਜਾਂਦੀਆਂ ਨੇ ਕਿ ਉਹ ਤਿੰਨ ਅਵਸਥਾ ਦੇ ਵਿੱਚ ਇਸ ਪ੍ਰਕਾਰ ਆਪਣਾ ਜੀਵਨ ਸਫਲਾ ਕਰਦਾ ਹੈ ਕਿ ਇੱਕ ਤਾਂ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੱਸਦਾ ਹੈ। ਉਹਨਾਂ ਦਾ ਜਿਹੜਾ ਹੱਸਣਾ ਹੈ ਉਹ ਵੀ ਹੁਕਮ ਦੇ ਵਿੱਚ ਹੁੰਦਾ ਹੈ, ਕਿਉਂਕਿ ਗੁਰਬਾਣੀ ਦਾ ਇਹ ਵਾਕ ਹੈ, ਹੱਸਣ ਖੇਡਣ ਮਨ ਕਾ ਚਾਓ।
ਕਿ ਜਿਹੜਾ ਹੱਸਣਾ ਔਰ ਖੇਡਣਾ ਇਹ ਮਨ ਦਾ ਖਿੰਡਾਅ ਕਰਨ ਵਾਲੀ ਇੱਕ ਅਵਸਥਾ ਹੈ। ਹੱਸਣ ਨੂੰ ਗੁਰਬਾਣੀ ਨੇ ਕੋਈ ਬਹੁਤੀ ਮਹਾਨਤਾ ਨਹੀਂ ਦਿੱਤੀ, ਕਿਉਂਕਿ ਇਸ ਦੇ ਨਾਲ ਜਿਹੜੀ ਮਨ ਦੀ ਬਿਰਤੀ ਹੈ ਉਹ ਹੋਰ ਖਿੰਡਾਅ ਦੇ ਵਿੱਚ ਆਉਂਦੀ ਹੈ। ਤੇ ਜਦੋਂ ਗੁਰਮੁਖ ਵਿਦਵਾਨ ਸਾਧੂ ਦੀਆਂ ਨਿਸ਼ਾਨੀਆਂ ਦੱਸਦੇ ਨੇ ਤੇ ਉਦੋਂ ਪਹਿਲੀ ਇਹ ਨਿਸ਼ਾਨੀ ਦੱਸਦੇ ਨੇ ਕਿ ਜਿਹੜਾ ਸਾਧੂ ਦਾ ਹੱਸਣਾ ਹੈ ਉਹ ਵੀ ਹੁਕਮ ਦੇ ਵਿੱਚ ਹੁੰਦਾ ਹੈ, ਭਾਵ ਲੋੜ ਅਨੁਸਾਰ। ਜੇ ਕੋਈ ਖੁਸ਼ੀ ਵਾਲੀ ਗੱਲ ਹੈ ਤੇ ਉੱਥੇ ਆਪਣਾ ਹਾਸੇ ਵਾਲਾ ਜਿਹੜਾ ਬਿਹੇਵੀਅਰ ਹੈ ਉਸ ਦਾ ਪ੍ਰਗਟਾਵਾ ਕਰਨਾ। ਤੇ ਦੂਸਰਾ ਹੁੰਦਾ ਹੈ ਵੈਰਾਗ ਦੇ ਵਿੱਚ ਉਦਾਸ ਹੋਣਾ, ਕਿ ਜਦੋਂ ਵੇਖਦੇ ਹਾਂ ਕਿ ਸੰਸਾਰ ਜਿਹੜਾ ਹੈ ਉਹ ਸਿਰਫ ਆਪਦੇ ਤੱਕ ਸੀਮਤ ਹੈ, ਕਿਉਂਕਿ ਇਹ ਜਿਹੜਾ ਸੰਸਾਰ ਹੈ ਇਸ ਨੂੰ ਵਿਦਵਾਨਾਂ ਨੇ ਆਖਿਆ ਹੈ ਕਿ ਜਿਹੜੀ ਚੀਜ਼ ਸਾਨੂੰ ਪ੍ਰਾਪਤ ਨਹੀਂ ਹੁੰਦੀ ਉਹ ਸੋਨਾ ਹੁੰਦੀ ਹੈ, ਜਿਹੜੀ ਚੀਜ਼ ਪ੍ਰਾਪਤ ਹੋ ਜਾਵੇ ਉਹ ਸਵਾਹ ਹੁੰਦੀ ਹੈ। ਇਹ ਇਸ ਦੁਨੀਆ ਦੀ ਇੱਕ ਉਦਾਹਰਣ ਹੈ ਕਿ ਦੁਨੀਆ ਕਿਸ ਨੂੰ ਆਖਿਆ ਜਾਂਦਾ ਹੈ। ਤੇ ਜਿਹੜਾ ਸਾਧੂ ਮਹਾਤਮਾ ਹੁੰਦਾ ਹੈ ਉਸ ਦਾ ਜਿਹੜਾ ਜੀਵਨ ਜਿਉਣਾ ਵੈਰਾਗ ਦੇ ਵਿੱਚ ਉਹ ਉਦਾਸ ਹੁੰਦੇ ਨੇ, ਭਾਵ ਕਿ ਜਦੋਂ ਉਹਨਾਂ ਨੂੰ ਜਾਪਦਾ ਹੈ ਕਿ ਇਹ ਜਿਹੜਾ ਸੰਸਾਰ ਹੈ ਇਸ ਨੇ ਵੀ ਇੱਕ ਦਿਨ ਨਾਸ਼ ਹੋਣਾ ਹੈ, ਫਿਰ ਇਸ ਦੇ ਨਾਲ ਜੁੜਨਾ ਹੀ ਕਿਉਂ ਹੈ। ਤੇ ਤੀਸਰੀ ਜਿਹੜੀ ਸਾਧੂ ਮਹਾਤਮਾ ਦੀ ਜਿਹੜੀ ਅਵਸਥਾ ਦਾ ਜ਼ਿਕਰ ਸਾਧੂ ਮਹਾਤਮਾ ਕਰਦੇ ਨੇ ਜਾਂ ਵਿਦਵਾਨ ਪੁਰਸ਼ਾਂ ਨੇ ਕੀਤੀ ਹੈ ਉਹ ਇਹ ਹੈ ਕਿ ਜਿਹੜਾ ਵੀ ਕਿਰਿਆ ਕਲਾਪ ਹੈ, ਜੋ ਵੀ ਕੁਝ ਹੋ ਰਿਹਾ ਹੈ ਉਸ ਦਾ ਕਰਤਾ ਔਰ ਧਰਤਾ ਪਰਮੇਸ਼ਰ ਨੂੰ ਮੰਨਦੇ ਨੇ, ਕਿ ਜੇ ਕੋਈ ਚੰਗਾ ਕੰਮ ਕੀਤਾ ਤੇ ਉਹ ਵੀ ਪਰਮੇਸ਼ਰ ਨੇ ਕੀਤਾ ਹੈ। ਪਰ ਸਾਡੇ ਆਮ ਮਨੁੱਖਾਂ ਦਾ ਕੀ ਸੁਭਾਅ ਹੁੰਦਾ ਹੈ ਕਿ ਜੇ ਤਾਂ ਕੋਈ ਮਾੜਾ ਕਰਮ ਹੋ ਜਾਵੇ ਤੇ ਆਪਾਂ ਆਖਦੇ ਹਾਂ ਕਿ ਪਰਮੇਸ਼ਰ ਕਰਦਾ ਹੈ, ਤੇ ਜੇ ਕੋਈ ਚੰਗਾ ਹੋਵੇ ਤੇ ਮਨੁੱਖ ਆਪਦੇ ਨਾਲ ਜੋੜਦਾ ਹੈ ਕਿ ਮੈਂ ਕੀਤਾ ਹੈ। ਪਰ ਜਿਹੜੇ ਸਾਧੂ ਮਹਾਤਮਾ ਨੇ ਉਹ ਆਖਦੇ ਨੇ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕਿ ਹੁਕਮ ਤੋਂ ਬਾਹਰ ਹੈ ਹੀ ਕੋਈ ਨਹੀਂ। ਇੱਕ ਦਾਸ ਇੱਥੇ ਵੀ ਬੇਨਤੀ ਕਰ ਦੇਵੇ ਕਿ ਜਿਹੜਾ ਇਹ ਆਪਾਂ ਪੰਕਤੀ ਦੇ ਕਈ ਵਾਰ ਅਰਥ ਸੁਣਦੇ ਪੜ੍ਹਦੇ ਔਰ ਵਿਚਾਰਦੇ ਹਾਂ ਕਿ ਹੁਕਮ ਹੈ ਅੰਦਰ ਸਭ ਕੋ, ਇਹ ਜਿਹੜਾ ਹੁਕਮ ਸੁਣਨਾ ਹੁਕਮ ਮੰਨਣਾ ਇਹ ਵੀ ਕੋਈ ਹਾਰੇ ਸਾਰੇ ਮਨੁੱਖ ਦੀ ਗੱਲ ਨਹੀਂ ਹੈ। ਹੁਕਮ ਇੱਕ ਅਵਸਥਾ ਦਾ ਨਾਮ ਹੈ। ਜਿਸ ਅਵਸਥਾ ਦੇ ਵਿੱਚ ਸਾਨੂੰ ਦੁੱਖ ਹੋਵੇ ਤਾਂ ਵੀ ਕਿਸੇ ਨੂੰ ਲਾਂਭਾ ਨਹੀਂ, ਜੇ ਸਾਨੂੰ ਸੁੱਖ ਹੋਵੇ ਤਾਂ ਵੀ ਪਰਮੇਸ਼ਰ ਨੂੰ ਸਲਾਹੁਣਾ। ਐਸੀ ਇਹ ਅਵਸਥਾ ਹੈ ਹੁਕਮ ਦੇ ਵਿੱਚ ਵਿਚਰਨ ਵਾਲੀ, ਜਿਸ ਦੇ ਵਿੱਚ ਦੂਸਰੇ ਨੂੰ ਦੋਸ਼ ਦਿੱਤਾ ਹੀ ਨਹੀਂ ਜਾਂਦਾ। ਉਸ ਵਿੱਚ ਇਹ ਆਖਿਆ ਜਾਂਦਾ ਹੈ ਕਿ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿ ਜਿਹੜਾ ਆਪਣੇ ਨਾਲ ਹੋ ਰਿਹਾ ਹੈ ਉਸ ਦਾ ਦੋਸ਼ ਹੋਰਨਾਂ ਦੇ ਉੱਪਰ ਨਹੀਂ ਥਾਪਦੇ। ਤੇ ਫਿਰ ਉਹ ਸਿੱਖਿਆ ਕੀ ਦਿੰਦੇ ਨੇ ਜਿਹੜੇ ਸਾਧੂ ਮਹਾਤਮਾ ਨੇ, ਉਹ ਆਪਾਂ ਨੂੰ ਜੀਵਨ ਦੇ ਵਿੱਚ ਤਬਦੀਲੀ ਕਿਵੇਂ ਲਿਆਉਂਦੇ ਨੇ। ਇਹੀ ਜਿਹੜਾ ਸਵਾਲ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਗੁਰਸਿੱਖ ਸੰਗਤਾਂ ਨੇ ਜਦੋਂ ਜੇਠ ਦਾ ਮਹੀਨਾ ਚੜ੍ਹਨਾ ਸੀ ਉਦਣ ਕੀਤਾ ਸੀ ਕਿ ਸਤਿਗੁਰੂ ਜੀਓ ਅਸੀਂ ਕੁਛ ਬੁੱਧੀ ਦੇ ਮਾਲਕ ਹਾਂ, ਸਾਨੂੰ ਪਤਾ ਨਹੀਂ ਕਿ ਅਸੀਂ ਕਿਸ ਦੇ ਨਾਲ ਜੁੜਨਾ ਹੈ ਤੇ ਕਿਸ ਦੇ ਨਾਲ ਨਹੀਂ ਜੁੜਨਾ। ਸਾਨੂੰ ਇੰਨੀ ਕੁ ਮਤ ਨਹੀਂ ਹੈ ਕਿ ਅਸੀਂ ਆਪਣਾ ਜੀਵਨ ਕਿਵੇਂ ਜਿਉਣਾ ਹੈ। ਅੱਜ ਜੇਠ ਦਾ ਮਹੀਨਾ ਚੜ੍ਹ ਰਿਹਾ ਹੈ, ਸਾਡੇ ਜੀਵਨ ਦੇ ਵਿੱਚ ਝਾਤ ਮਾਰ ਕੇ ਸਾਨੂੰ ਸਿੱਖਿਆ ਦੇਵੋ ਕਿ ਸਾਨੂੰ ਜੁੜਨਾ ਕਿਸ ਦੇ ਨਾਲ ਚਾਹੀਦਾ ਹੈ, ਕਿਸ ਦੇ ਨਾਲ ਸਾਡਾ ਮੇਲ ਮਿਲਾਪ ਹੋਣਾ ਚਾਹੀਦਾ ਹੈ।
ਤੇ ਉਹ ਜਿਹੜੀ ਪਾਵਨ ਸਿੱਖਿਆ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਅੱਜ ਦੇ ਪਾਵਨ ਪਵਿੱਤਰ ਜੇਠ ਦੇ ਮਹੀਨੇ ਦੇ ਸ਼ਬਦ ਦੇ ਵਿੱਚ ਵਰਣਨ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਹਰ ਜੇਠ ਜੁੜੰਦਾ ਲੋੜੀਐ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਜਦੋਂ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਸਾਨੂੰ ਜੁੜਨਾ ਕਿਸ ਦੇ ਨਾਲ ਚਾਹੀਦਾ ਹੈ, ਤੇ ਸਤਿਗੁਰਾਂ ਨੇ ਬਚਨ ਆਖੇ ਕਿ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ। ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਐਸੀਆਂ ਸ਼ਕਤੀਆਂ ਦਾ ਮਾਲਕ ਹੈ ਜਿਸ ਦੇ ਅੱਗੇ ਮੈਨੇ ਸਾਹਮਣੇ ਸਾਰੇ ਜਿਤਨੇ ਵੀ ਦੇਵੀ ਦੇਵਤੇ ਪੀਰ ਪੈਗੰਬਰ ਸਭ ਤੋਂ ਭਾਵ ਹੈ ਜਿੰਨੀਆਂ ਵੀ ਸ਼ਕਤੀਆਂ ਹਨ, ਸਭ ਤੋਂ ਭਾਵ ਹੈ ਜਿੰਨੀਆਂ ਵੀ ਰਿੱਧੀਆਂ ਸਿੱਧੀਆਂ ਹਨ, ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਝੁਕ ਜਾਂਦੀਆਂ ਨੇ, ਉਸ ਦੇ ਨਾਲ ਜੁੜਨਾ ਕਰੀਏ। ਕਿਉਂਕਿ ਇੱਕ ਮਨੁੱਖ ਦੂਸਰੇ ਦੇ ਨਾਲ ਲਾਲਚ ਕਰਕੇ ਜੁੜਦਾ ਹੈ ਕਿ ਫਲਾਣੇ ਸਮੇਂ ਮੇਰਾ ਇਹ ਸਾਥ ਦੇਵੇਗਾ, ਇਸ ਲਈ ਆਪਾਂ ਜਿਹੜੀ ਰਿਸ਼ਤੇਦਾਰੀ ਹੈ, ਜੋੜ ਮਿਲਾਪ ਹੈ, ਉਹ ਕਿਸੇ ਦੇ ਨਾਲ ਬਣਾ ਕੇ ਰੱਖਦੇ ਹਾਂ। ਪਰ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਸदैਵੀ ਕਾਲ ਰਹਿਣ ਵਾਲਾ ਹੈ, ਕਿਉਂਕਿ ਜਿਹੜਾ ਸਾਨੂੰ ਕਿਸੇ ਮਨੁੱਖ ਦੇ ਕੋਲੋਂ ਪ੍ਰਾਪਤ ਹੋਣ ਵਾਲਾ ਸੁੱਖ ਹੈ ਉਹ ਥੋੜੇ ਸਮੇਂ ਦੇ ਵਿੱਚ ਨਾਸ਼ ਹੋ ਜਾਣਾ ਹੈ। ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਵੱਲੋਂ ਔਰ ਮਿਲਾਪ ਤੋਂ ਜਿਹੜੀ ਆਨੰਦ ਵਾਲੀ ਅਵਸਥਾ ਹੈ, ਉਹ ਨਾ ਤਾਂ ਦਿਨੇ ਖਤਮ ਹੋਣ ਵਾਲੀ ਹੈ, ਨਾ ਰਾਤ ਨੂੰ, ਔਰ ਨਾ ਹੀ ਉਮਰ ਦੇ ਲਿਹਾਜ਼ ਨਾਲ। ਇਸ ਲਈ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਇਸ ਜੇਠ ਮਹੀਨੇ ਦੀ ਪ੍ਰਾਰੰਭਤਾ ਕਰਨ ਦੇ ਨਾਲ ਸਾਨੂੰ ਇਸ ਗੱਲ ਦੇ ਵੀ ਜਾਣੂ ਹੋਣਾ ਚਾਹੀਦਾ ਹੈ ਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਸਾਰੀਆਂ ਸ਼ਕਤੀਆਂ ਝੁਕ ਜਾਂਦੀਆਂ ਨੇ। ਜਦੋਂ ਆਪਾਂ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਤੇ ਸਾਨੂੰ ਬੇਅੰਤ ਪ੍ਰਸੰਗ ਮਿਲਦੇ ਹਨ ਕਿ ਕਿਹੜੇ ਸਮੇਂ ਪਰਮੇਸ਼ਰ ਅੱਗੇ ਕੌਣ ਝੁਕਿਆ ਹੈ। ਜਿਵੇਂ ਆਪਾਂ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਜੀਵਨ ਪੜ੍ਹ ਕੇ ਵੇਖਦੇ ਹਾਂ, ਉਸ ਵੇਲੇ ਇੱਕ ਵਾਰ ਦਾ ਪ੍ਰਸੰਗ ਆਉਂਦਾ ਹੈ ਕਿ ਪਰਮੇਸ਼ਰ ਵਾਹਿਗੁਰੂ ਦੀ ਠਾਕੁਰ ਦੀ ਜਿਹੜੀ ਪੂਜਾ ਕਰਨ ਦੇ ਲਈ ਫੁੱਲ ਚਾਹੀਦੇ ਸਨ, ਤੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਭੇਜਿਆ ਕਿ ਜਾਓ ਜੰਗਲ ਦੇ ਵਿੱਚੋਂ ਕੁਝ ਫੁੱਲ ਜਿਹੜੇ ਹਨ ਉਹ ਤੋੜ ਕੇ ਲਿਆਓ, ਜਿਸ ਨੂੰ ਆਪਾਂ ਠਾਕੁਰ ਦੀ ਪੂਜਾ ਦੇ ਵਿੱਚ ਰੱਖ ਸਕੀਏ। ਤੇ ਉਸੇ ਪ੍ਰਕਾਰ ਅਰਜੁਨ ਨੇ ਕੀਤਾ। ਜਿਹੜਾ ਕਦਲੀ ਵਨ ਜੰਗਲ ਹੈ ਉਸ ਦੇ ਵਿੱਚ ਫੁੱਲ ਤੋੜਨ ਵਾਸਤੇ ਗਏ, ਤੇ ਜਦੋਂ ਫੁੱਲ ਤੋੜਨ ਲੱਗੇ ਤੇ ਉੱਥੇ ਜਿਹੜੇ ਸ਼੍ਰੀ ਹਨੂਮਾਨ ਜੀ ਸਨ ਉਹ ਵਿਸ਼ਰਾਮ ਕਰ ਰਹੇ ਸਨ। ਜਦੋਂ ਕੁਝ ਫੁੱਲ ਤੋੜਨ ਦੀ ਹਲਚਲ ਹੋਈ ਤੇ ਹਨੂਮਾਨ ਜੀ ਆਖਣ ਲੱਗੇ ਕਿ ਕੌਣ ਹੈ ਜਿਹੜਾ ਇਹ ਗੁਸਤਾਖੀ ਕਰ ਰਿਹਾ ਹੈ। ਤੇ ਅਰਜੁਨ ਨੇ ਆਖਿਆ ਕਿ ਮੈਂ ਹਾਂ, ਮੈਂ ਫੁੱਲ ਤੋੜਨ ਵਾਸਤੇ ਆਇਆ ਹਾਂ। ਤੇ ਹਨੂਮਾਨ ਜੀ ਨੇ ਆਖਿਆ ਕਿ ਫੁੱਲ ਕੀ ਕਰਨੇ ਹਨ? ਕਹਿੰਦੇ ਭਗਵਾਨ ਦੀ ਪੂਜਾ ਦੇ ਲਈ ਵਰਤਨੇ ਹਨ। ਹਨੂਮਾਨ ਜੀ ਆਖਣ ਲੱਗੇ ਕਿ ਭਾਵੇਂ ਪਰਮੇਸ਼ਰ ਦੀ ਪੂਜਾ ਲਈ ਵਰਤਨੇ ਹਨ, ਪਰ ਪੁੱਛਣਾ ਤਾਂ ਜ਼ਰੂਰੀ ਹੈ, ਭਾਵੇਂ ਕੋਈ ਚੰਗਾ ਕੰਮ ਹੈ ਭਾਵੇਂ ਕੋਈ ਮਾੜਾ ਹੈ, ਚੋਰੀ ਤਾਂ ਚੋਰੀ ਮੰਨੀ ਜਾਵੇਗੀ। ਤਾਂ ਉਸ ਵੇਲੇ ਅਰਜੁਨ ਆਖਣ ਲੱਗਾ ਕਿ ਮੈਂ ਸ਼੍ਰੀ ਕ੍ਰਿਸ਼ਨ ਜੀ ਦੇ ਕਹੇ ਅਨੁਸਾਰ ਆਇਆ ਹਾਂ ਤੇ ਤੁਸੀਂ ਮੈਨੂੰ ਰੋਕ ਨਹੀਂ ਸਕਦੇ। ਤੇ ਉਸ ਵੇਲੇ ਹਨੂਮਾਨ ਜੀ ਨੇ ਆਖਿਆ ਕਿ ਕਈ ਚੀਜ਼ਾਂ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਹੁੰਦੀਆਂ ਨੇ। ਇਹ ਨਹੀਂ ਹੁੰਦਾ ਕਿ ਆਪਾਂ ਜੇ ਸ਼ਕਤੀਸ਼ਾਲੀ ਹਾਂ ਤੇ ਸਭ ਕੁਝ ਆਪਣੇ ਅਨੁਸਾਰ ਹੋਵੇਗਾ।
ਤੇ ਜਦੋਂ ਅਰਜੁਨ ਤੋਂ ਇਹ ਗੱਲ ਸੁਣੀ ਕਿ ਸ਼੍ਰੀ ਭਗਵਾਨ ਜੀ ਨੇ ਮੰਗਵਾਏ ਨੇ, ਤੇ ਹਨੂਮਾਨ ਜੀ ਬੜੇ ਖਿੜਖੜਾ ਕੇ ਹੱਸੇ ਤੇ ਕਹਿਣ ਲੱਗੇ ਕਿ ਜਿਸ ਦਾ ਗੁਰੂ ਹੀ ਚੋਰ ਹੋਵੇ ਉਹਦੇ ਲਈ ਕੋਈ ਗੱਲ ਨਹੀਂ ਹੁੰਦੀ, ਉਹ ਤੋੜ ਸਕਦਾ ਹੈ ਚੋਰੀ ਵੀ। ਜਦੋਂ ਹਨੂਮਾਨ ਨੇ ਇਹ ਦੇਖਿਆ ਕਿ ਅਰਜੁਨ ਜੀ ਮੇਰੇ ਸ਼੍ਰੀ ਕ੍ਰਿਸ਼ਨ ਜੀ ਗੁਰੂ ਦੇ ਉੱਪਰ ਹੱਸੇ ਨੇ, ਤੇ ਬੜਾ ਕ੍ਰੋਧ ਆਇਆ। ਤੇ ਅਰਜੁਨ ਆਖਣ ਲੱਗੇ ਕਿ ਤੁਹਾਡਾ ਜਿਹੜਾ ਗੁਰੂ ਹੈ ਸ਼੍ਰੀ ਰਾਮਚੰਦਰ ਜੀ, ਉਹ ਕਿਹੜਾ ਕਿੰਨੇ ਕੁ ਬਲ ਵਾਲੇ ਸਨ। ਉਹਨਾਂ ਨੇ ਦੇਖੋ ਬਾਨਰਾਂ ਦੇ ਕੋਲੋਂ ਪੁਲ ਬਣਾਇਆ। ਇਹ ਕੋਈ ਪੁਲ ਬਣਾਉਣਾ ਕੋਈ ਵੱਡੀ ਗੱਲ ਤੇ ਹੈ ਨਹੀਂ, ਮੈਂ ਇੱਕ ਤੀਰ ਮਾਰ ਕੇ ਪੁਲ ਬਣਾ ਸਕਦਾ ਹਾਂ। ਪਰ ਹਨੂਮਾਨ ਜੀ ਆਖਣ ਲੱਗੇ ਕਿ ਇੱਕ ਸ਼ਰਤ ਹੈ ਕਿ ਜਿਹੜਾ ਪੁਲ ਹੈ ਉਹ ਟੁੱਟਣਾ ਨਹੀਂ ਚਾਹੀਦਾ। ਅਰਜੁਨ ਆਖਣ ਲੱਗੇ ਕਿ ਠੀਕ ਹੈ, ਮੈਂ ਬਾਣਾਂ ਦੇ ਨਾਲ ਤੀਰ ਮਾਰ ਕੇ ਜਿਹੜਾ ਪੁਲ ਹੈ ਉਸ ਨੂੰ ਬਣਾ ਦੇਵਾਂਗਾ। ਤੁਸੀਂ ਜਿੰਨੀ ਮਰਜ਼ੀ ਉੱਪਰ ਦੀ ਸੈਨਾ ਟਪਾ ਦਿਓ, ਇਹ ਪੁਲ ਨਹੀਂ ਟੁੱਟੇਗਾ। ਤੇ ਹਨੂਮਾਨ ਜੀ ਆਖਣ ਲੱਗੇ ਕਿ ਜੇ ਪੁਲ ਟੁੱਟ ਗਿਆ ਫਿਰ ਅਰਜੁਨ ਨੇ ਹੰਕਾਰ ਦੇ ਵਿੱਚ ਆਖਿਆ ਕਿ ਐ ਕਿਵੇਂ ਟੁੱਟ ਜਾਵੇਗਾ। ਹਨੂਮਾਨ ਜੀ ਫਿਰ ਆਖਣ ਲੱਗੇ ਕਿ ਟੁੱਟੇਗਾ ਭਾਵੇਂ ਨਹੀਂ, ਜੇ ਟੁੱਟ ਗਿਆ ਫਿਰ ਕੀ ਹੋਵੇਗਾ। ਅਰਜੁਨ ਆਖਿਆ ਕਿ ਮੈਂ ਆਪਣੇ ਆਪ ਨੂੰ ਅਗਨੀ ਦੇ ਭੇਟ ਕਰ ਦੇਵਾਂਗਾ, ਅਗਨੀ ਦੇ ਵਿੱਚ ਜਲ ਕੇ ਮੈਂ ਸਵਾਹ ਹੋ ਜਾਵਾਂਗਾ ਜੇ ਤੁਸੀਂ ਪੁਲ ਨੂੰ ਤੋੜ ਦਿੱਤਾ। ਤੇ ਉਸੇ ਪ੍ਰਕਾਰ ਅਰਜੁਨ ਨੇ ਤੀਰ ਚਲਾ ਕੇ ਬਾਣਾਂ ਦੇ ਨਾਲ ਸ਼ਕਤੀ ਦੇ ਨਾਲ ਜਿਹੜਾ ਪੁਲ ਸੀ ਉਸ ਨੂੰ ਬਣਾ ਦਿੱਤਾ। ਤੇ ਉੱਚੀ ਆਵਾਜ਼ 'ਚ ਆਖਿਆ ਕਿ ਲਿਆਓ ਆਪਣੀ ਬਾਨਰ ਸੈਨਾ, ਇਸ ਦੇ ਉੱਪਰ ਟਪਾ ਕੇ ਦੇਖੋ ਪੁਲ ਟੁੱਟਦਾ ਹੈ ਕਿ ਨਹੀਂ ਟੁੱਟਦਾ। ਤੇ ਹਨੂਮਾਨ ਜੀ ਨੇ ਕੀ ਕੀਤਾ ਕਿ ਆਪਣਾ ਬਹੁਤ ਵੱਡਾ ਜਿਹੜਾ ਵਿਰਾਟ ਰੂਪ ਧਾਰਨ ਕਰਕੇ ਜਦੋਂ ਉਸ ਪੁਲ ਦੇ ਉੱਪਰ ਪੈਰ ਰੱਖਿਆ ਤੇ ਜਿਹੜਾ ਪੁਲ ਸੀ ਉਹ ਤੇ ਪਤਾਲ ਦੇ ਵਿੱਚ ਹੀ ਧਸ ਗਿਆ। ਤੇ ਉਸ ਵੇਲੇ ਅਰਜੁਨ ਦੇਖ ਕੇ ਬਹੁਤ ਹੈਰਾਨ ਹੋਏ ਕਿ ਮੈਂ ਤੇ ਕਹਿੰਦਾ ਸੀ ਕਿ ਪੁਲ ਟੁੱਟਣਾ ਨਹੀਂ, ਇਹ ਤੇ ਨਜ਼ਰ ਹੀ ਨਹੀਂ ਆਉਂਦਾ ਕਿ ਪੁਲ ਗਿਆ ਕਿੱਧਰ। ਫਿਰ ਉਸ ਤੋਂ ਬਾਅਦ ਅਰਜੁਨ ਨੇ ਆਪਣੀ ਪ੍ਰਤੱਗਿਆ ਦੇ ਅਨੁਸਾਰ ਸੋਚਿਆ ਕਿ ਮੈਂ ਹੁਣ ਅੱਗ ਦੇ ਵਿੱਚ ਜਲ ਕੇ ਸਵਾਹ ਹੋਣਾ ਹੈ। ਤੇ ਜਿਹੜੀਆਂ ਲੱਕੜਾਂ ਸਨ ਉਹਨਾਂ ਦੀ ਤਿਆਰੀ ਕਰਕੇ, ਚਿਖਾ ਤਿਆਰ ਕਰਕੇ ਅਰਜੁਨ ਸੜਨ ਦੀ ਤਿਆਰੀ ਕਰਨ ਲੱਗਾ। ਤੇ ਉਧਰ ਹਨੂਮਾਨ ਜੀ ਨੇ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਕਿ ਇਹ ਜਿਹੜਾ ਸ਼ਤਰੀਆ ਹੈ ਆਪਦੀ ਜਿੱਦ ਦੇ ਅਨੁਸਾਰ ਸੜ ਬਲ ਕੇ ਸਵਾਹ ਹੋਣ ਲੱਗਾ ਹੈ, ਇਸ ਨੂੰ ਬਚਾ ਲਵੋ। ਤੇ ਸ਼੍ਰੀ ਕ੍ਰਿਸ਼ਨ ਜੀ ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਪ੍ਰਗਟ ਹੋਏ ਤੇ ਆਖਣ ਲੱਗੇ ਕਿ ਐ ਸੂਰਮਾ ਜੀ ਤੁਸੀਂ ਕੀ ਕਰ ਰਹੇ ਹੋ। ਸਾਰੀ ਘਟਨਾ ਦੱਸੀ ਕਿ ਇਸ ਪ੍ਰਕਾਰ ਮੈਂ ਹਾਰ ਗਿਆ ਹਾਂ ਤੇ ਮੈਂ ਆਪਣੀ ਪ੍ਰਤੱਗਿਆ ਦੇ ਅਨੁਸਾਰ ਸੜ ਕੇ ਸਵਾਹ ਹੋਣਾ ਹੈ। ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਆਖਣ ਲੱਗੇ ਕਿ ਜਦੋਂ ਤੁਸੀਂ ਦੋਵਾਂ ਨੇ ਸ਼ਰਤ ਲਾਈ ਸੀ, ਤੁਹਾਡਾ ਦੋਵਾਂ ਦਾ ਨਿਰਣਾ ਕਰਨ ਦੇ ਲਈ ਕੋਈ ਤੀਸਰਾ ਮਨੁੱਖ ਤੁਹਾਡੇ ਵਿੱਚ ਹੈ ਸੀ ਜਾਂ ਨਹੀਂ। ਤਾਂ ਉਸ ਵੇਲੇ ਅਰਜੁਨ ਜੀ ਆਖਣ ਲੱਗੇ ਕਿ ਨਹੀਂ, ਅਸੀਂ ਦੋਵੇਂ ਸਾਂ, ਤੀਸਰਾ ਕੋਈ ਵੀ ਨਹੀਂ ਸੀ। ਤੇ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ ਕਿ ਚਲੋ ਹੁਣ ਫਿਰ ਤੁਸੀਂ ਉਸੇ ਪ੍ਰਕਾਰ ਪੁਲ ਬਣਾਓ, ਹੁਣ ਮੈਂ ਨਿਰਣਾ ਕਰਾਂਗਾ ਕਿ ਕੌਣ ਜਿੱਤਿਆ ਹੈ ਔਰ ਕੌਣ ਹਾਰਿਆ ਹੈ। ਉਸੇ ਪ੍ਰਕਾਰ ਅਰਜੁਨ ਨੇ ਫਿਰ ਪੁਲ ਬਣਾਇਆ ਤੇ ਉਸੇ ਪ੍ਰਕਾਰ ਜਿਹੜੇ ਹਨੂਮਾਨ ਜੀ ਸਨ ਆਪਣਾ ਵਿਰਾਟ ਰੂਪ ਧਾਰਨ ਕਰਕੇ ਜਦੋਂ ਉਸ ਪੁਲ ਦੇ ਉੱਪਰ ਪੈਰ ਰੱਖਿਆ ਤੇ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਸਨ ਉਹਨਾਂ ਨੇ ਕਸ਼ਪ ਦਾ ਰੂਪ ਧਾਰਨ ਕਰਕੇ ਉਸ ਪੁਲ ਦੇ ਹੇਠਾਂ ਹੋ ਗਏ, ਸਹਾਰਾ ਦੇ ਦਿੱਤਾ। ਤੇ ਉਸੇ ਪ੍ਰਕਾਰ ਹਨੂਮਾਨ ਜੀ ਪੁਲ ਦੇ ਉੱਪਰ ਪੈਰ ਰੱਖ ਕੇ ਅੱਗੇ ਟੱਪ ਗਏ ਤੇ ਪੁਲ ਨੂੰ ਕੁਝ ਵੀ ਨਹੀਂ ਹੋਇਆ। ਜਦੋਂ ਹਨੂਮਾਨ ਨੇ ਹੇਠਾਂ ਵੇਖਿਆ ਕਿ ਇਹ ਤਾਂ ਸ਼੍ਰੀ ਕ੍ਰਿਸ਼ਨ ਜੀ ਦੀ ਕਿਰਪਾ ਹੈ ਕਿ ਇਹ ਪੁਲ ਇਸ ਵਾਰ ਪਤਾਲ ਵਿੱਚ ਨਹੀਂ ਗਿਆ,
ਤੇ ਉਸੇ ਪ੍ਰਕਾਰ ਲਾਈ ਹੋਈ ਸ਼ਰਤ ਦੇ ਅਨੁਸਾਰ ਕਿ ਜਿਹੜਾ ਜਿੱਤੇਗਾ ਉਸ ਦੇ ਕੋਲੋਂ ਕੋਈ ਵੀ ਕੰਮ ਕਹਿ ਕੇ ਕਰਵਾਇਆ ਜਾ ਸਕਦਾ ਹੈ। ਤੇ ਅਰਜੁਨ ਆਖਣ ਲੱਗਾ ਕਿ ਹੁਣ ਮੇਰੇ ਕਹੇ ਦੇ ਅਨੁਸਾਰ ਹਨੂਮਾਨ ਨੂੰ ਕੁਝ ਕਰਨਾ ਪਵੇਗਾ। ਤੇ ਸ਼੍ਰੀ ਕ੍ਰਿਸ਼ਨ ਜੀ ਆਖਣ ਲੱਗੇ ਕਿ ਇਸ ਮਹਾਨ ਸੂਰਮੇ ਜਪੀ ਤਪੀ ਪੁਰਸ਼ ਦੇ ਕੋਲੋਂ ਆਪਾਂ ਫੇਰ ਕਦੇ ਕੰਮ ਲਵਾਂਗੇ। ਜਦੋਂ ਮਹਾਭਾਰਤ ਦਾ ਯੁੱਧ ਪ੍ਰਾਰੰਭ ਹੋਣਾ ਸੀ ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਆਖਿਆ ਕਿ ਆਪਣੇ ਕੋਲ ਜਿਹੜੀ ਫੌਜ ਹੈ ਉਹ ਵੀ ਬਹੁਤ ਘੱਟ ਹੈ। ਹੁਣ ਉਸ ਜਿਸ ਨੂੰ ਤੂੰ ਬਾਨਰ ਆਖਦਾ ਸੀ ਉਸ ਹਨੂਮਾਨ ਨੂੰ ਯਾਦ ਕੀਤਾ ਜਾਵੇ ਤੇ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਸਾਡੀ ਇਸ ਜੰਗ ਦੇ ਵਿੱਚ ਸਹਾਇਤਾ ਕਰੋ। ਤੇ ਫਿਰ ਅਰਜੁਨ ਨੇ ਹੰਕਾਰ ਦੇ ਵਿੱਚ ਆਖਿਆ ਕਿ ਉਹ ਜਿਹੜਾ ਬਾਨਰ ਹੈ ਉਹ ਆਪਣਾ ਕੀ ਸਵਾਰ ਦੇਵੇਗਾ। ਪਰ ਸ਼੍ਰੀ ਕ੍ਰਿਸ਼ਨ ਜੀ ਨੇ ਫਿਰ ਸਿਆਣਪ ਦਿਖਾਉਂਦਿਆਂ ਹੋਇਆਂ ਅਰਜੁਨ ਨੂੰ ਨਾਲ ਲੈ ਕੇ ਹਨੂਮਾਨ ਜੀ ਨੂੰ ਬੇਨਤੀ ਕੀਤੀ ਕਿ ਇਸ ਪ੍ਰਕਾਰ ਜੰਗ ਪ੍ਰਾਰੰਭ ਹੋ ਰਿਹਾ ਹੈ ਤੇ ਤੁਸੀਂ ਸਾਡੀ ਸਹਾਇਤਾ ਕਰੋ। ਤੇ ਹਨੂਮਾਨ ਜੀ ਆਖਣ ਲੱਗੇ ਕਿ ਮੈਂ ਤੁਹਾਡੀ ਸਹਾਇਤਾ ਤਾਂ ਜ਼ਰੂਰ ਕਰਾਂਗਾ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਭਗਤੀ ਤੋਂ ਬਿਨਾਂ ਨਹੀਂ ਰਹਿ ਸਕਦਾ। ਚਾਹੇ ਕੋਈ ਵੀ ਸਮਾਂ ਹੋਵੇ, ਪਰਮੇਸ਼ਰ ਦੀ ਜਿਹੜੀ ਸਿਫਤੋ ਸਲਾਹ ਹੈ ਉਹ ਮੈਨੂੰ ਸ਼ਰਵਣ ਜ਼ਰੂਰ ਕਰਵਾਉਣੀ ਪਵੇਗੀ। ਤੇ ਸ਼੍ਰੀ ਕ੍ਰਿਸ਼ਨ ਜੀ ਆਖਣ ਲੱਗੇ ਕਿ ਕੋਈ ਗੱਲ ਨਹੀਂ, ਇਸ ਦਾ ਵੀ ਹੱਲ ਹੋ ਜਾਵੇਗਾ। ਤੇ ਵਿਦਵਾਨ ਪੁਰਸ਼ ਇਹ ਮੰਨਦੇ ਹਨ ਕਿ ਜਿਹੜੀ ਭਾਗਵਤ ਗੀਤਾ ਹੈ ਉਹ ਸਹੀ ਰੂਪ ਦੇ ਵਿੱਚ ਹਨੂਮਾਨ ਜੀ ਨੂੰ ਸੁਣਾਈ ਗਈ ਸੀ। ਜਿਹੜਾ ਅਰਜੁਨ ਦਾ ਰਥ ਹੈ ਉਸ ਨੂੰ ਆਖਿਆ ਜਾਂਦਾ ਹੈ ਕਾਪੀ ਰਥ, ਕਿਉਂਕਿ ਉਸ ਦੇ ਉੱਪਰ ਮੂਰਤ ਬਣ ਕੇ ਜਿਹੜੇ ਹਨੂਮਾਨ ਜੀ ਸਨ ਉਹ ਉੱਪਰ ਬੈਠਦੇ ਸਨ ਗੁਪਤ ਰੂਪ ਦੇ ਵਿੱਚ। ਤੇ ਜਦੋਂ ਜੰਗ ਦੀ ਪ੍ਰਾਰੰਭਤਾ ਹੋਈ, ਆਪਸ ਦੇ ਵਿੱਚ ਤੀਰਬਾਜ਼ੀ ਹੋਈ, ਬੜਾ ਭਾਰੀ ਯੁੱਧ ਜੰਗ ਹੁੰਦਾ ਰਿਹਾ। ਜਦੋਂ ਜੰਗ ਦੀ ਸਮਾਪਤੀ ਹੋਈ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਆਖਿਆ ਕਿ ਤੂੰ ਪਹਿਲਾਂ ਰਥ ਤੋਂ ਹੇਠਾਂ ਉਤਰ। ਤੇ ਸ਼੍ਰੀ ਕ੍ਰਿਸ਼ਨ ਜੀ ਨੇ ਜਦੋਂ ਇਸ ਪ੍ਰਕਾਰ ਆਖਿਆ ਤੇ ਅਰਜੁਨ ਨਿਮਰਤਾ ਵਿੱਚ ਆਖਣ ਲੱਗੇ ਕਿ ਨਹੀਂ ਭਗਵਾਨ ਜੀ, ਤੁਸੀਂ ਪਹਿਲਾਂ ਉਤਰੋ, ਤੁਸੀਂ ਵੱਡੇ ਹੋ। ਪਰ ਫਿਰ ਇਸੇ ਪ੍ਰਕਾਰ 2-4 ਵਾਰ ਜਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ ਕਿ ਨਹੀਂ ਪਹਿਲਾਂ ਅਰਜੁਨ ਤੂੰ ਉਤਰ, ਪਹਿਲਾਂ ਰਥ ਦੇ ਉੱਪਰੋਂ ਜਿਹੜਾ ਅਰਜੁਨ ਸੂਰਬੀਰ ਸੀਗਾ ਉਹ ਉਤਰਿਆ, ਫਿਰ ਸ਼੍ਰੀ ਕ੍ਰਿਸ਼ਨ ਜੀ ਉਤਰੇ। ਤੇ ਤੀਸਰੇ ਨੰਬਰ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਜਿਹੜੇ ਮੂਰਤ ਬਣ ਕੇ ਹਨੂਮਾਨ ਜੀ ਰਥ ਦੇ ਉੱਪਰ ਬੈਠੇ ਸਨ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਹੁਣ ਇਸ ਰਥ ਤੋਂ ਅਲੋਪ ਹੋ ਜਾਓ। ਤੇ ਅਲੋਪ ਹੁੰਦਿਆਂ ਸਾਰ ਜਿਹੜੀ ਰਥ ਸੀ ਉਸ ਨੂੰ ਅੱਗ ਲੱਗ ਗਈ। ਉਹ ਜਿਹੜੀ ਰਥ ਸੀ ਉਹ ਸੜ ਕੇ ਸਵਾਹ ਹੋ ਗਈ। ਅਰਜੁਨ ਬੜਾ ਹੈਰਾਨ ਹੋਇਆ ਕਿ ਭਗਵਾਨ ਜੀ ਇਹ ਕੀ ਗੱਲ ਹੋਈ, ਇਸ ਰਥ ਨੂੰ ਅੱਗ ਕਿਉਂ ਲੱਗੀ। ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਖਣ ਲੱਗੇ ਕਿ ਇਹ ਜਿਹੜੀ ਅੱਗ ਹੈ ਇਹ ਤਾਂ ਬਹੁਤ ਪਹਿਲਾਂ ਸਮੇਂ ਤੋਂ ਲੱਗੀ ਹੋਈ ਹੈ। ਇਹ ਤਾਂ ਰਾਤ ਸਿਰਫ ਦੇਖਣ ਮਾਤਰ ਸੀ, ਇਹ ਤਾਂ ਕਦੋਂ ਦਾ ਸੜ ਕੇ ਸਵਾਹ ਹੋ ਜਾਣਾ ਸੀ ਜੇ ਉੱਪਰ ਸਹਾਰਾ ਨਾ ਹੁੰਦਾ। ਥੱਲੇ ਨਾ ਵੇਖ ਵੀ ਮੈਂ ਥੱਲੇ ਬੈਠਾ ਸੀ ਤਾਂ ਇਹ ਬਚਿਆ ਹੈ, ਆਪਦੇ ਉੱਪਰ ਨਿਗਾਹ ਮਾਰ, ਉੱਪਰ ਹਨੂਮਾਨ ਬੈਠਾ ਸੀ ਤਾਂ ਕਰਕੇ ਇਹ ਤੇਰਾ ਬਚਾਅ ਹੋਇਆ। ਕਹਿਣ ਤੋਂ ਭਾਵ ਹੈ ਹਰ ਜੇਠ ਜੁੜਨ ਦਾ ਲੋੜੀਐ, ਕਿ ਜਿਹੜਾ ਆਪਣੇ ਨਾਲੋਂ ਸ਼ਕਤੀ ਦੇ ਵਿੱਚ ਵੱਡਾ ਹੈ, ਬਰਕਤਾਂ ਦੇ ਵਿੱਚ ਵੱਡਾ ਹੈ, ਪਰਮੇਸ਼ਰ ਸਾਡੇ ਸਾਰਿਆਂ ਦਾ ਗਿਆਨ ਦੇ ਵਿੱਚ ਵੱਡਾ ਹੈ, ਉਸ ਦੇ ਨਾਲ ਜੁੜਨਾ ਕਰੀਏ। ਜਿਸ ਅੱਗੇ ਸਭ ਨਿਵਾਨ, ਜਿਸ ਦੇ ਅੱਗੇ ਸਾਰੇ ਹੀ ਝੁਕਦੇ ਨੇ, ਕਿਉਂਕਿ ਇੱਕ ਕਿਸੇ
ਸੇਠ ਦੇ ਅੱਗੇ ਉਸ ਦਾ ਨੌਕਰ ਝੁਕ ਸਕਦਾ ਹੈ, ਇੱਕ ਉਸਤਾਦ ਦੇ ਅੱਗੇ ਇੱਕ ਵਿਦਿਆਰਥੀ ਝੁਕ ਸਕਦਾ ਹੈ। ਪਰ ਪਰਮੇਸ਼ਰ ਐਸੀਆਂ ਸ਼ਕਤੀਆਂ ਦਾ ਮਾਲਕ ਹੈ, ਆਪਾਂ ਵੇਖ ਵੀ ਸਕਦੇ ਹਾਂ ਪ੍ਰਤੱਖ ਰੂਪ ਦੇ ਵਿੱਚ ਕਿ ਉਸ ਨੇ ਉਹਨਾਂ ਦੇਸ਼ਾਂ ਨੂੰ ਵੀ ਝੁਕਾ ਦਿੱਤਾ ਜਿਹੜੇ ਆਖਦੇ ਸੀ ਪਰਮੇਸ਼ਰ ਹੈ ਹੀ ਨਹੀਂ। ਇਹ ਚਾਈਨਾ ਦੇਸ਼ ਵਰਗੇ, ਚੀਨ ਵਰਗੇ ਦੇਸ਼ ਜਿਹੜੇ ਆਖਦੇ ਸਨ ਕਿ ਪਰਮੇਸ਼ਰ ਨਾਮ ਦੀ ਕੋਈ ਚੀਜ਼ ਹੀ ਨਹੀਂ, ਉਹ ਵੀ ਅਰਦਾਸਾਂ ਬੇਨਤੀਆਂ ਕਰਦੇ ਨੇ। ਉਹਨਾਂ ਦੇ ਹਸਪਤਾਲਾਂ ਦੇ ਵਿੱਚ ਵਾਹਿਗੁਰੂ ਮੰਤਰ ਦਾ ਜਾਪ ਚੱਲਣਾ ਸ਼ੁਰੂ ਹੋ ਗਿਆ। ਪਰਮੇਸ਼ਰ ਐਸੀਆਂ ਸ਼ਕਤੀਆਂ ਦਾ ਮਾਲਕ ਹੈ। ਗੁਰਬਾਣੀ ਦੇ ਵਿੱਚ ਵਾਕ ਆਉਂਦੇ ਨੇ, ਜਲ ਤੇ ਥਲ ਕਰ, ਥਲ ਤੇ ਕੂਆ। ਉਹ ਪਰਮੇਸ਼ਰ ਦਾ ਕੋਈ ਪਤਾ ਨਹੀਂ ਲੱਗਦਾ ਵੀ ਉਹ ਕਿਹੜੇ ਸਮੇਂ ਕੀ ਕਰਵਾ ਦੇਵੇ। ਉਹ ਕਈ ਵਾਰ ਐਸਾ ਵੀ ਕਰ ਦਿੰਦਾ ਹੈ ਕਿ ਜਿਹੜਾ ਕੋਈ ਸਿਰੇ ਦਾ ਮੂਰਖ ਬੰਦਾ ਹੈ, ਜਿਸ ਨੂੰ ਅਕਲ ਹੀ ਨਹੀਂ, ਉਸ ਦੇ ਕੋਲੋਂ ਗੀਤਾ ਦੇ ਅਰਥ ਵੀ ਕਰਵਾ ਦਿੰਦਾ ਹੈ। ਇਸ ਲਈ ਪਰਮੇਸ਼ਰ ਨੂੰ ਸ਼ਕਤੀਵਾਨ ਜਾਣ ਕਰਕੇ ਉਸ ਦੇ ਅੱਗੇ ਝੁਕਣਾ ਹੀ ਇੱਕ ਸਿਆਣਪ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਕਿ ਐਸੇ ਪਰਮੇਸ਼ਰ ਵਾਹਿਗੁਰੂ ਜਿਹੜਾ ਸਰਵ ਸ਼ਕਤੀਵਾਨ ਹੈ, ਉਸ ਦਾ ਸਹਾਰਾ ਲੈ ਕਰਕੇ ਐਸੇ ਵਾਹਿਗੁਰੂ ਜੀ ਦੇ ਨਾਲ ਜੁੜਨਾ ਕਰੀਏ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਜਿਹੜਾ ਹਰੇਕ ਜਗ੍ਹਾ ਤੇ ਸਮਾਇਆ ਹੋਇਆ ਪਰਮੇਸ਼ਰ ਵਾਹਿਗੁਰੂ ਸਾਡਾ ਸੱਜਣ ਮੈਨੇ ਪਿਆਰਾ ਮਿੱਤਰ ਹੈ। ਉਹਦੇ ਦਾਵਣ ਮੈਨੇ ਪੱਲੇ ਦੇ ਨਾਲ ਲੱਗਣ ਕਰਕੇ, ਉਹਦਾ ਸਹਾਰਾ ਲੈਣ ਕਰਕੇ ਕਿਸੇ ਨਾ ਦੇਈ ਬੰਨ, ਕਿਸੇ ਨੂੰ ਬੰਨਣ ਦਾ ਫਿਰ ਹੱਕ ਨਹੀਂ ਰਹਿ ਜਾਂਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਕੋਈ ਜਿਹੜਾ ਮੁਲਾਜ਼ਮ ਹੋਵੇ ਜਾਂ ਜਿਸ ਨੇ ਕੋਈ ਗੁਨਾਹ ਕੀਤਾ ਹੋਵੇ, ਮੁਲਜ਼ਮ ਹੋਵੇ, ਉਸ ਨੂੰ ਪੁਲਿਸ ਵਾਲੇ ਬੰਨ੍ਹ ਕੇ ਲਿਜਾਂਦੇ ਨੇ। ਪਰ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ ਕਿ ਹਰ ਸੱਜਣ ਦਾਵਣ ਲੱਗਿਆ, ਕਿ ਪਰਮੇਸ਼ਰ ਵਾਹਿਗੁਰੂ ਜਿਹੜਾ ਸਾਡਾ ਪਿਆਰਾ ਮਿੱਤਰ ਹੈ, ਉਸ ਦੇ ਨਾਮ ਰੂਪੀ ਪੱਲੇ ਦੇ ਨਾਲ ਲੱਗਣ ਕਰਕੇ, ਸਹਾਰੇ ਰੂਪੀ ਪੱਲੇ ਦੇ ਨਾਲ ਲੱਗਣ ਕਰਕੇ ਕਿਸੇ ਨਾ ਦੇਈ ਬੰਨ। ਜਿੰਨੇ ਵੀ ਜਮਦੂਤ ਜਮਰਾਜੇ ਦੇ ਜਿਹੜੇ ਹੇਰੂ ਨੇ, ਉਹਨਾਂ ਨੂੰ ਫਿਰ ਮੁਸ਼ਕਾਂ ਬੰਨ੍ਹ ਕੇ ਲਿਜਾਣ ਦਾ ਜਿਹੜਾ ਆਗਿਆ ਹੈ ਜਾਂ ਇਸੇ ਪ੍ਰਕਾਰ ਜਿਹੜਾ ਹੁਕਮ ਹੈ ਉਹ ਨਹੀਂ ਹੋਣਾ ਕਰਦਾ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਇਸੇ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਜਿਹੜਾ ਮੋਤੀਆਂ ਔਰ ਹੀਰਿਆਂ ਵਰਗਾ ਪਵਿੱਤਰ ਔਰ ਕੀਮਤੀ ਹੈ, ਉਸ ਦੇ ਨਾਲੋਂ ਵੀ ਵੱਧ ਹੈ। ਕਿਉਂ ਵੱਧ ਹੈ? ਇਸ ਦਾ ਅੱਗੇ ਹੀ ਪ੍ਰਮਾਣ ਦਿੰਦੇ ਹਨ, ਉਨ ਲੱਗੈ ਨਾਹੀ ਸੰਨ। ਕਿਉਂਕਿ ਜਿਹੜੇ ਦੁਨੀਆ ਦੇ ਵਿੱਚ ਹੀਰੇ ਮੋਤੀ ਨੇ, ਉਹਨਾਂ ਨੂੰ ਕੋਈ ਸੰਨ ਲੱਗ ਸਕਦੀ ਹੈ, ਕੋਈ ਚੋਰ ਚੁਰਾ ਸਕਦਾ ਹੈ, ਕੋਈ ਜਿਹੜਾ ਡਾਕੂ ਉਚੱਕਾ ਹੈ ਉਸ ਨੂੰ ਚੱਕ ਕੇ ਲਿਜਾ ਸਕਦਾ ਹੈ। ਪਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਐਸਾ ਪਾਵਨ ਪਵਿੱਤਰ ਹੈ ਜਿਸ ਨੂੰ ਟਰਾਇਆ ਵੀ ਨਹੀਂ ਜਾ ਸਕਦਾ। ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ। ਜਿੰਨੇ ਵੀ ਸਾਡੇ ਮਨ ਦੇ ਅੰਦਰ ਕੋਈ ਜਿਹੜੇ ਰੰਗ ਨੇ, ਆਨੰਦ ਨੇ, ਸਾਨੂੰ ਚੰਗੇ ਲੱਗਦੇ ਹਨ, ਉਸ ਨੂੰ ਪੈਦਾ ਕਰਨ ਵਾਲਾ ਔਰ ਬਖਸ਼ਿਸ਼ ਕਰਨ ਵਾਲਾ ਇੱਕ ਪਰਮੇਸ਼ਰ ਵਾਹਿਗੁਰੂ ਹੀ ਹੈ। ਜੋ ਹਰ ਲੋੜੇ ਸੋ ਕਰੇ, ਸੋਈ ਜੀਵ ਕਰਨ। ਪਰਮੇਸ਼ਰ ਵਾਹਿਗੁਰੂ ਕਿੰਨਾ ਕੁ ਸ਼ਕਤੀਵਾਨ ਹੈ, ਜਿਹੜਾ ਵੀ ਉਸ ਨੂੰ ਕੰਮ ਚੰਗਾ ਲੱਗਦਾ ਹੈ, ਜੋ ਵੀ ਸੰਸਾਰ ਦੇ ਅੰਦਰ ਕਰਨਾ ਹੈ ਸੋ ਕਰੇ, ਉਹੀ ਪਰਮੇਸ਼ਰ ਵਾਹਿਗੁਰੂ ਕਰਦਾ ਹੈ। ਕਿਸੇ ਦੀ ਸਲਾਹ ਜਾਂ ਮਸ਼ਵਰਾ ਨਹੀਂ ਲੈਂਦਾ, ਫਿਰ ਉਹੀ ਅੱਗੇ ਜੀਵਾਂ ਨੂੰ ਕਰਨਾ ਪੈਂਦਾ ਹੈ। ਜੋ ਪ੍ਰਭ ਕੀਤੇ ਆਪਣੇ, ਸੇ ਕਹੀਐ ਧੰਨ। ਐਸੇ ਸਰਵ ਸ਼ਕਤੀਵਾਨ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਬਖਸ਼ਿਸ਼ ਕਰਕੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਹੈ,
ਉਹਨਾਂ ਨੂੰ ਧਨਤਾ ਦੇ ਯੋਗ ਕਿਹਾ ਜਾਂਦਾ ਹੈ। ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ। ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਕੋਈ ਸਾਡੇ ਵਿੱਚ ਸ਼ਕਤੀ ਨਹੀਂ ਹੁੰਦੀ ਕਿ ਅਸੀਂ ਆਪ ਕੋਈ ਉਦਮ ਕਰਕੇ, ਕੋਈ ਯਤਨ ਕਰਕੇ ਕੋਈ ਕੰਮ ਕਰ ਸਕੀਏ। ਤੇ ਸਤਿਗੁਰੂ ਜੀ ਆਖਣ ਲੱਗੇ ਕਿ ਆਪਣ ਲੀਆ ਜੇ ਮਿਲੈ, ਜੇ ਆਪਣੇ ਕਰਨ ਕਰਕੇ, ਉਦਮ ਕਰਨ ਕਰਕੇ ਕੋਈ ਚੀਜ਼ ਪ੍ਰਾਪਤ ਹੁੰਦੀ ਹੋਵੇ, ਵਿਛੜ ਕਿਉਂ ਰੋਵਨ। ਫਿਰ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਕੋਲੋਂ ਅਸੀਂ ਵਿਛੜ ਕੇ ਕਿਉਂ ਰੋਣਾ ਕਰੀਏ, ਕਿਉਂਕਿ ਜੋੜਨ ਵਾਲਾ ਪਰਮੇਸ਼ਰ ਹੈ ਤੇ ਜੁੜਿਆ ਗੁਰੂ ਦੇ ਰਾਹੀਂ ਜਾਂਦਾ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਤੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਹੁਣ ਆਪ ਹੀ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਤੇ ਸਤਿਗੁਰਾਂ ਨੇ ਬਚਨ ਆਖੇ ਕਿ ਭਾਈ ਗੁਰਸਿੱਖੋ, ਜਿਹੜੇ ਸਾਧੂ ਮਹਾਤਮਾ ਹਨ ਉਹਨਾਂ ਦੀ ਸੰਗਤ ਦੇ ਵਿੱਚ ਜੁੜਨਾ ਕਰੋ, ਜੁੜਨ ਕਰਕੇ ਬਚਨ ਸ਼ਰਵਣ ਕਰੋ ਤੇ ਸੁਣਨ ਕਰਕੇ ਤੁਹਾਡੇ ਜੀਵਨ ਦੇ ਅੰਦਰ ਸੁਧਾਰ ਆਵੇਗਾ। ਨਾਨਕ ਰੰਗ ਮਾਨਨ, ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਆਨੰਦ ਹੈ ਉਸ ਨੂੰ ਤੁਸੀਂ ਮੰਨਣਾ ਕਰੋਗੇ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਾਨ। ਇਸ ਪ੍ਰਕਾਰ ਇਸ ਧਨੀ ਹਰ ਜੇਠ ਰੰਗੀਲਾ, ਕਿ ਉਹ ਜਿਹੜਾ ਧਨੀ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਉਹ ਇੱਕ ਤਾਂ ਹਰ ਜਗ੍ਹਾ ਸਮਾਇਆ ਹੋਇਆ, ਔਰ ਦੂਸਰਾ ਜੇਠ ਮਹੀਨੇ ਵੱਡਾ ਹੈ ਸਭ ਦੇ ਨਾਲੋਂ, ਔਰ ਤੀਸਰਾ ਰੰਗੀਲਾ ਹੈ, ਆਨੰਦ ਦਾ ਘਰ ਹੈ, ਆਨੰਦ ਬਖਸ਼ਿਸ਼ ਕਰਨ ਵਾਲਾ ਹੈ। ਜਿਸ ਕੈ ਭਾਗ ਮਥਨ, ਤੇ ਕਹਿੰਦੇ ਉਹ ਪ੍ਰਾਪਤ ਕਿਸ ਨੂੰ ਹੁੰਦਾ ਹੈ, ਜਿਸ ਦੇ ਜਿਹੜੇ ਮੱਥੇ ਦੇ ਭਾਗ ਉਹ ਚੰਗੇ ਹੋਣ, ਸ੍ਰੇਸ਼ਟ ਭਾਗ ਹੋਣ, ਉਸ ਨੂੰ ਹੀ ਗੁਰੂ ਦੀ ਸੰਗਤ ਔਰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਕਿਰਪਾ ਕਰਨ। ਅਸੀਂ ਜਿਨ੍ਹਾਂ ਮਹਾਤਮਾਵਾਂ ਦੀ ਮਹਾਨ ਬਰਸੀ ਦੇ ਸਮਾਗਮ ਦੇ ਉੱਪਰ ਜੁੜ ਮਿਲ ਕੇ ਔਰ ਸੰਗਰਾਂਦ ਦੇ ਦਿਹਾੜੇ ਉੱਪਰ ਜੋ ਕਥਾ ਵਿਚਾਰਾਂ ਸਰਵਣ ਕੀਤੀਆਂ ਹਨ, ਉਹਨਾਂ ਨੂੰ ਮਨ ਬਿਰਤੀਆਂ ਵਿੱਚ ਵਸਾ ਕਰਕੇ ਆਪ ਕਰੀਏ ਔਰ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜ ਕਰਕੇ ਉਹਨਾਂ ਦਾ ਵੀ ਜੀਵਨ ਸਵਾਰੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।